ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਦਪੁਰ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ। ਇਸ ਮੌਕੇ ਪ੍ਰਧਾਨ ਧਾਮੀ ਨੇ ਕਰਨਾਟਕਾ ਅੰਦਰ ਸਿੱਖ ਬੀਬੀ ਦੇ ਕਕਾਰਾਂ ਦੀ ਬੇਅਦਬੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਨਾਲ ਹੀ ਉਹਨਾਂ ਵੱਲੋਂ ਯੂਕਰੇਨ ਅੰਦਰ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਦੇਸ਼ ਲਿਆਉਣ ਲਈ ਪੁਖਤਾ ਇੰਤਜ਼ਾਮ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ। ਪਰ ਉਹ ਕਿਉਂਕਿ ਵਿਦੇਸ਼ ਚਲ ਗਏ ਸੋ ਸਮੁੱਚਾ ਇਹ ਪੰਥ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਨਤਮਸਤਕ ਹੋਣ ਲਈ ਇਸ ਧਰਤੀ ਤੇ ਪਹੁੰਚਾ। ਦੇਖੋ, ਮੈਂ ਵਿਦੇਸ਼ ਦੀ ਤਾਂ ਜੇ ਕਰਾਂ ਗੱਲ ਵੀ ਵਿਦੇਸ਼ ਬੋਲਣ ਵਾਲੇ ਤਾਂ ਲੋਕ ਅਣਜਾਣ ਹੋਣਗੇ ਸਿੱਖਾਂ ਦੇ ਪਹਿਰਾਵੇ ਤੋਂ, ਪਰ ਇਸ ਦੇਸ਼ ਦੇ ਵਿੱਚ ਜਿਹਦੇ ਵਿੱਚ ਆਜ਼ਾਦੀਆਂ ਦੇ ਵਿੱਚ ਸਿੱਖਾਂ ਨੇ 90% ਹਿੱਸਾ ਪਾਇਆ ਹੋਵੇ ਔਰ ਸਿੱਖਾਂ ਦਾ ਪ੍ਰਧਾਨ ਮੰਤਰੀ ਇੱਥੇ ਇੰਡੀਆ ਦਾ ਉਹ ਦਸਤਾਰਧਾਰੀ ਰਿਹਾ ਹੋਵੇ, ਇੱਥੋਂ ਦਾ ਰਾਸ਼ਟਰਪਤੀ ਦਸਤਾਰਧਾਰੀ ਰਿਹਾ ਹੋਵੇ, ਇੱਥੇ ਹੋਮ ਮਿਨਿਸਟਰ ਦਸਤਾਰਧਾਰੀ ਰਿਹਾ ਹੋਵੇ, ਇਹ ਅਣਜਾਣ ਤਾਂ ਨਹੀਂ ਗੇ। ਇਹ ਮੈਂ ਸਮਝਦਾ ਜਾਣ ਬੁੱਝ ਕੇ ਇੱਕ ਜ਼ਖਮ ਕੀਤਾ ਜਾ ਰਿਹਾ ਸਿੱਖ ਮਾਨਸਿਕਤਾ ਦੇ ਉੱਤੇ ਵੀ ਇਹ ਕਿੰਨਾ ਕੁ ਜਿਹੜਾ ਆ ਇਹ ਜੁਰਮ ਨੂੰ ਝੱਲਦੇ ਆ। ਸੋ ਮੈਂ ਸਮਝਦਾ ਇਸ ਆਜ਼ਾਦ ਭਾਰਤ ਦੇ ਵਿੱਚ ਇਹ ਦਸਤਾਰ ਦੇ ਉੱਤੇ ਹਮਲਾ ਤੇ ਦਸਤਾਰ ਲਾ ਕੇ ਅੰਦਰ ਜਾਣ ਨੂੰ ਕਹਿਣਾ ਇਹ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ। ਇਹ ਸਿੱਖ ਪੰਥ ਨੇ ਕਦੇ ਵੀ ਬਰਦਾਸ਼ਤ ਨਾ ਕੀਤੀ ਤੇ ਨਾ ਕਰਨੀ। ਉਹ ਜਿਹੜਾ ਮਸਲਾ, ਕਿਉਂਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਾਰਮਿਕ ਜਥੇਬੰਦੀ ਹਾਂ, ਪਰ ਇਹ ਤੋਂ ਇਲਾਵਾ ਮਨੁੱਖੀ ਹੱਕਾਂ ਹਕੂਕਾਂ ਲਈ ਅਸੀਂ ਹਮੇਸ਼ਾ ਹੀ ਤਤਪਰ ਰਹਿੰਦੇ ਹਾਂ। ਚਾਹੇ ਕਰੋਨਾ ਦਾ ਰਾਜ ਸਮਾਂ ਸੀ, ਚਾਹੇ ਕਿਸਾਨਾਂ ਦਾ ਸੰਘਰਸ਼ ਸੀਗਾ, ਉਹ ਯੂਕਰੇਨ ਦੇ ਵਿੱਚ ਵੀ ਜਿਹੜੇ ਕੋਈ ਬੱਚੇ ਜਿਨ੍ਹਾਂ ਦੀ ਅਸੀਂ ਸਮਝਦੇ ਕੋਈ ਮਦਦ ਕਰ ਸਕਦੇ ਹੋਏ ਜ਼ਰੂਰ ਕਰਾਂਗੇ। ਉੱਦਾਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਕੱਲ੍ਹ ਅਪੀਲ ਵੀ ਕੀਤੀ ਆ ਤੇ ਉਹਨਾਂ ਦਾ ਕੋਈ ਡੈਲੀਗੇਟ ਵੀ ਮਿਲੂਗਾ ਜਾ ਕੇ, ਕਿਉਂਕਿ ਪੰਜਾਬ ਦੇ ਲਗਭਗ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਮਿਲੀ ਆ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉੱਥੇ ਪੜ੍ਹ ਰਹੇ ਆ। ਸੋ ਉਹਨਾਂ ਦੇ ਵਿੱਚ ਜੋ ਸਾਡੇ ਵੱਲੋਂ ਹੋ ਸਕਦਾ ਹੈ ਅਸੀਂ ਵੀ ਆਪਣਾ ਪੂਰਾ ਯੋਗਦਾਨ ਪਾਵਾਂਗੇ। ਦੇਖੋ, ਇਹ ਤਾਂ ਡਿਪਲੋਮੈਟਿਕ ਉਹਨਾਂ ਦੇ ਹੁੰਦੇ ਸੰਬੰਧ, ਉਹ ਤਾਂ ਭਾਰਤ ਨੇ ਤਾਂ ਉਹਨਾਂ ਨੇ ਕਰਨੇ, ਅਸੀਂ ਤਾਂ ਉਹਨਾਂ ਨੂੰ ਅਪੀਲ ਹੀ ਕਰ ਸਕਦੇ ਹਾਂ। ਅਪੀਲ ਰੂਪ ਦੇ ਵਿੱਚ ਦੋ ਮੈਂ ਮੰਗਾਂ ਕੀਤੀਆਂ। ਇੱਕ ਤਾਂ ਭਾਰਤ ਸਰਕਾਰ ਤੋਂ ਮੰਗ ਕਰਦਾ ਵੀ ਇਹ ਜਿਹੜਾ ਆਪਾਂ ਸਿਸਟਮ ਬਣਾਇਆ ਇਹ ਪਚੀਦਾ ਬਹੁਤ ਆ। ਆਮ ਬੰਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਜਿਹੜੇ $20 ਉਹ ਚਾਰਜ ਕਰਦੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਉਹਦੇ ਵਿੱਚ ਵੀ ਰਿਲੈਕਸੇਸ਼ਨ ਦਿੱਤੀ ਜਾਵੇ, ਕਿਉਂਕਿ ਦਰਸ਼ਨ ਦਿਦਾਰੇ ਕਰਤਾਰਪੁਰ ਸਾਹਿਬ ਜੀ ਦੇ ਕਰਨ ਲਈ ਸੰਗਤ ਨੂੰ ਬੜੀਆਂ ਦਰਪੇਸ਼ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਤੇ ਉਹ ਆਮ ਸਿੱਖ ਦੀ ਤਾਂ ਪਹੁੰਚੇ ਨਹੀਂ, ਆਮ ਦੀ ਕੀ ਖਾਸ ਦੀ ਵੀ ਪਹੁੰਚ ਨਹੀਂ। ਉਹ ਐਡਾ ਪਚੀਦਾ ਸਾਡੇ ਕੱਲ੍ਹ ਮੈਂਬਰ ਸ਼੍ਰੋਮਣੀ ਕਮੇਟੀ ਉਹ ਵਿਚਾਰੇ ਤਕਾਲਾਂ ਤੱਕ ਉਹ ਚੈਨਲ ਦੇ ਵਿੱਚ ਹੀ ਕੰਪਿਊਟਰ ਦੇ ਵਿੱਚ ਫੀਡ ਕਰਦੇ ਰਹੇ ਪਰ ਸਫਲ ਨਹੀਂ ਹੋਏ। ਸੋ ਇਹ ਜਿਹੜਾ ਸਾਰਾ ਸਿਸਟਮ ਹੈ ਇਹਨੂੰ ਸੌਖਾ ਬਣਾਉਣਾ ਚਾਹੀਦਾ ਤਾਂ ਕਿ ਸਿੱਖ ਚਾਈ ਜਾਵੇ, ਸਵੇਰੇ ਜਾਵੇ ਤੇ ਰਾਤ ਨੂੰ ਆ ਕੇ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਵਾਪਸ ਆ ਜਾਵੇ। ਸੋ ਸਰਕਾਰਾਂ ਨੂੰ ਚਾਹੀਦਾ ਇਹਨੂੰ ਰਿਲੈਕਸੇਸ਼ਨ ਕੀਤੀ ਜਾਵੇ। ਯੂਕਰੇਨ ਵਿੱਚ ਪੜ੍ਹਾਈ ਜਾਂ ਹੋਰ ਕੰਮ ਕਰਨ ਲਈ ਯੂਕਰੇਨ ਵਿੱਚ ਰਹਿ ਰਹੇ ਸਿੱਖ ਨੌਜਵਾਨਾਂ ਨੂੰ ਸਿਮਰਜੀਤ ਸਿੰਘ ਮਾਨ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਤੁਸੀਂ ਮਾਰਸ਼ਲ ਕੌਮ ਹੋ ਅਤੇ ਜੇਕਰ ਤੁਸੀਂ ਯੂਕਰੇਨ ਦਾ ਲੂਣ ਖਾਧਾ ਹੈ ਤਾਂ ਤੁਹਾਨੂੰ ਉੱਥੋਂ ਡਰ ਕੇ ਭੱਜਣਾ ਨਹੀਂ ਚਾਹੀਦਾ, ਸਗੋਂ ਉੱਥੋਂ ਦੇ ਨੇੜਲੇ ਆਰਮੀ ਕੈਂਪਾਂ ਵਿੱਚ ਜਾ ਕੇ ਆਪਣੀ ਪਛਾਣ ਦੱਸ ਕੇ ਆਰਮੀ ਟ੍ਰੇਨਿੰਗ ਲੈ ਕੇ ਰੂਸ ਖਿਲਾਫ ਯੂਕਰੇਨ ਦੀਆਂ ਫੌਜਾਂ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਅਤੇ ਸਿੱਖ ਕੌਮ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਇੱਥੇ ਨੌਜਵਾਨ ਯੂਕਰੇਨ ਦੇ ਵਿੱਚ ਪੜ੍ਹਨ ਗਏ ਹੈ, ਜਿਨ੍ਹਾਂ ਵਿੱਚ ਸਿੱਖ ਹੈਗੇ ਹੈ, ਉਹਨਾਂ ਨੂੰ ਮੈਂ ਅਪੀਲ ਕਰਦਾ ਤੇ ਦੂਜਿਆਂ ਨੂੰ ਵੀ ਅਪੀਲ ਮੇਰੀ ਹੈ ਕਿ ਜੇ ਆਪਾਂ ਨੇ ਯੂਕਰੇਨ ਦਾ ਇੰਨਾ ਚਿਰ ਲੂਣ ਖਾਧਾ, ਪੜ੍ਹਾਈ ਕੀਤੀ ਹੈ ਤੇ ਵਾਪਸ ਇੰਡੀਆ ਆਉਣ ਦੀ ਲੋੜ ਨਹੀਂ ਹੈ। ਆਪਣੀ ਮਾਰਸ਼ਲ ਰੇਸ ਹੈ, ਤੁਸੀਂ ਨੇੜੇ ਤੇ ਨੇੜੇ ਜਿਹੜਾ ਵੀ ਮਿਲਟਰੀ ਦਾ ਕੈਂਪ ਹੈ ਉੱਥੇ ਆਪਣੀ ਪਛਾਣ ਦੱਸੋ, ਆਈਡੈਂਟੀਟੀ, ਕਿ ਤੁਸੀਂ ਇੱਥੇ ਸਟੂਡੈਂਟਸ ਪੜ੍ਹਨ ਦੇ ਲਈ ਆਏ ਹੋ। ਅੱਜ ਯੂਕਰੇਨ ਨੂੰ ਵਿਪਤਾ ਹੈਗੀ ਹੈ ਤੇ ਤੁਸੀਂ ਕਹੋ ਕਿ ਅਸੀਂ ਵੋਲੰਟੀਅਰ ਕਰਦੇ ਹਾਂ ਮਿਲਟਰੀ ਸਰਵਿਸ ਦੇ ਲਈ। ਸਾਨੂੰ 2 ਹਫ਼ਤਿਆਂ ਦੀ ਟ੍ਰੇਨਿੰਗ ਇਨਫੈਂਟਰੀ ਤੇ ਆਰਟਿਲਰੀ ਦੀ ਦਿੱਤੀ ਜਾਵੇ, ਜਿਹਦੇ ਨਾਲ ਅਸੀਂ ਆਪਣੇ ਮੋਰਚੇ ਰੂਸ ਦੇ ਖਿਲਾਫ ਸਾਂਭ ਲਈਏ। ਇਹਦੇ ਨਾਲ ਸਿੱਖ ਕੌਮ ਦੀ ਬਹੁਤ ਵੱਡੀ ਵਡਿਆਈ ਸਾਰੇ ਪਾਸੇ ਹੋਊਗੀ, ਨਾ ਕਿ ਪੋਲੈਂਡ ਭੱਜ ਜਾਈਏ,
ਜਾਂ ਹੋਰ ਕਿਸੇ ਮੁਲਕ ਦੇ ਵਿੱਚ ਭੱਜ ਜਾਈਏ ਜਾਂ ਵਾਪਸ ਇੰਡੀਆ ਦੇ ਵਿੱਚ ਆ ਜਾਈਏ। ਤੇ ਜੇ ਆਪਾਂ ਨੇ ਇੱਕ ਵਾਰੀ ਯੂਕਰੇਨ ਦੇ ਹੱਕ ਦੇ ਵਿੱਚ ਮਿਲਟਰੀ ਸਰਵਿਸ ਕਰਤੀ ਤੇ ਸਿੱਖ ਕੌਮ ਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਵੱਡਾ ਨਾਂ ਹੋ ਜਾਊਗਾ। ਜਿਵੇਂ ਹੁਣ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕੀਤਾ ਗਿਆ, ਸਾਡੀ ਪਾਰਟੀ ਇੰਟਰਨੈਸ਼ਨਲ ਤਫਤੀਸ਼ ਕਰਾਉਣਾ ਚਾਹੁੰਦੀ ਹੈ। ਜਿਵੇਂ UN ਨੇ ਲੀਬੀਆ ਦਾ ਪ੍ਰਾਈਮ ਮਿਨਿਸਟਰ ਹਰਾਰੇ, ਜਿਹਨੂੰ ਸ਼ੱਕੀ ਹਾਲਤਾਂ ਦੇ ਵਿੱਚ ਮਾਰਿਆ ਗਿਆ ਸੀ, ਉਹਦੀ ਕਰਾਈ ਸੀ। ਇਸੇ ਤਰ੍ਹਾਂ ਨਾਲ ਦੇ ਲੱਗਦੇ ਮੁਲਕ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬੀਬੀ ਬੇਨਜ਼ੀਰ ਭੁੱਟੋ ਨੂੰ ਵੀ ਕਤਲ ਕੀਤਾ ਗਿਆ ਸੀਗਾ। ਉਹਦੀ ਵੀ ਤਫਤੀਸ਼ UN ਨੇ ਸਪੈਸ਼ਲ ਕਮਿਸ਼ਨ ਤੋਂ ਕਰਵਾਈ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਜੋ ਸਰਦਾਰ ਦੀਪ ਸਿੰਘ ਦੇ ਨਾਲ ਹਕੂਮਤ ਨੇ ਕੀਤਾ, ਇਹਦੀ ਜਿੰਨਾ ਚਿਰ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਤੇ ਤਫਤੀਸ਼ ਨਹੀਂ ਹੁੰਦੀ, ਉਨਾ ਚਿਰ ਅਸੀਂ ਸਿੱਖ ਸਮਝਾਂਗੇ। ਰੂਸ ਅਤੇ ਯੂਕਰੇਨ ਦੇ ਤਣਾਅਪੂਰਨ ਹਾਲਾਤਾਂ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੀਆਂ ਚਿੰਤਾ ਵੱਧਦੀਆਂ ਹੀ ਜਾ ਰਹੀਆਂ ਹਨ ਤੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ DC ਦਫ਼ਤਰ ਪਹੁੰਚੇ। ਪਰ ਸ਼ਨੀਵਾਰ ਦਾ ਦਿਨ ਹੋਣ ਕਰਕੇ ਉਹਨਾਂ ਨੂੰ ਕੋਈ ਸਰਕਾਰੀ ਅਧਿਕਾਰੀ ਤਾਂ ਨਹੀਂ ਮਿਲਿਆ ਤੇ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਥੇ ਉਹਨਾਂ ਦੇ ਬੱਚਿਆਂ ਦੀ ਜਾਨ ਨੂੰ ਕਾਫੀ ਖਤਰਾ ਹੈ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਉਹਨਾਂ ਦੇ ਬੱਚਿਆਂ ਨੂੰ ਭਾਰਤ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ। ਮੇਰੇ ਬੇਟੇ ਦਾ ਨਾਮ ਅਨਮੋਲ ਹੈ, ਖਾਰਕਿਵ 'ਚ ਰਹਿੰਦਾ ਪਿਆ ਤੇ ਅਸੀਂ ਇੱਥੇ ਸਰਕਾਰ ਦੇ ਅੱਗੇ ਇਹ ਅਪੀਲ ਕਰਨੇ ਪਏ ਕਿ ਸਾਡਾ ਬੱਚਾ ਸਹੀ ਸਲਾਮਤ ਵਾਪਸ ਆਵੇ। ਮੁਸ਼ਕਿਲ ਉੱਥੇ ਬੱਚਿਆਂ ਨੂੰ ਕਿਸੇ ਵੇਲੇ ਚਾਹ ਪਾਣੀ ਦੀ, ਕੋਈ ਇੱਥੇ ਕੋਈ ਖਾਣੇ ਪੀਣੇ ਦੀ ਟੈਨਸ਼ਨ ਹੁੰਦੀ ਹੈ, ਕੋਈ ਬੱਚਾ ਕੋਲ ਪੈਸੇ ਮੁੱਕ ਗਏ ਨੇ ਤੇ ਬੱਚੇ ਪਰੇਸ਼ਾਨ ਹੁੰਦੇ ਪਏ ਸਾਡੇ ਉੱਥੇ। ਹਾਂਜੀ 3 ਸਾਲ ਤੋਂ ਬੱਚਾ ਰਹਿੰਦਾ ਪਿਆ ਜੀ, ਤੀਸਰਾ ਸਾਲ ਹੁਣ ਹੋਣ ਵਾਲਾ ਹੈ, 2.5-3 ਸਾਲ ਹੋ ਚੱਲੇ ਆ। ਗਵਰਨਮੈਂਟ ਦੇ ਅਸੀਂ ਆਈਏ ਡਿਮਾਂਡ ਕਰਦੇ ਹਾਂ ਕਿ ਸਾਡਾ ਬੱਚਾ ਠੀਕ ਠਾਕ ਵਾਪਸ ਆਵੇ, ਜਲਦੀ ਤੋਂ ਜਲਦੀ ਇੱਥੇ ਉਹਨਾਂ ਨੂੰ ਇੱਥੇ ਭੇਜਿਆ ਜਾਵੇ। ਸਾਡਾ ਬੱਚਾ ਉੱਥੇ ਪਰੇਸ਼ਾਨ ਹੁੰਦੇ, ਸਾਰੇ ਬੱਚੇ ਪਰੇਸ਼ਾਨ ਹੁੰਦੇ, ਪਹਿਲ ਦੇ ਆਧਾਰ ਤੇ ਸਾਨੂੰ ਭੇਜਿਆ ਜਾਵੇ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਨੀਤਾ ਹੈ। ਮੇਰੇ ਫਰੈਂਡਸ ਉੱਥੇ ਸਟਕ ਨੇ। ਅਸੀਂ 24 ਤਰੀਕ ਨੂੰ ਅਸੀਂ ਇੱਥੇ ਲੈਂਡ ਹੋ ਗਏ ਸੀਗੇ ਅੰਮ੍ਰਿਤਸਰ ਦੇ ਵਿੱਚ। ਬਾਕੀ ਜਿਹੜੇ ਸਾਡੇ ਫਰੈਂਡਸ ਕਈਆਂ ਦੀ ਜਿਹੜੀ ਫਲਾਈਟ ਸੀਗੀ ਉਹ ਲੇਟ ਦੀ ਸੀਗੀ ਤੇ ਉਹ ਕੀਵ ਸਟਕ ਨੇ। ਅੱਧੇ ਜਿਹੜੇ ਖਾਰਕਿਵ ਵਿੱਚ ਸਟਕ ਨੇ ਉਹਨਾਂ ਦੀ ਫਲਾਈਟ ਸੀਗੀ ਤੇ ਉਹਨਾਂ ਦੇ ਨਾਮ ਵਗੈਰਾ ਇਹ ਰਹਿ ਗਏ। ਜਿਹੜੇ ਕੀਵ ਸਟਕ ਨੇ ਉਹ ਕਮ ਸੇ ਕਮ ਦੋ ਬੱਚੇ ਅੰਬੈਸੀ ਦੇ ਲਾਗੇ ਸਟਕ ਨੇ, ਅਨਮੋਲ ਗੁਪਤਾ ਤੇ ਚੰਦਨ ਅਰੋੜਾ। ਬਾਕੀ ਵਿਪੁਲ ਮਾਲੀਆ, ਸਾਰਥਕ ਉਪਾਧਿਆਏ, ਮੁਦਿਤ ਬੇਦੀ, ਸੰਕਲਪ ਸਿਨਹਾ, ਰੁਚਿਕਾ, ਕਨਿਕਾ, ਮੋਹਨ ਮਹਾਪਤਰਾ, ਇਹ ਕੀਵ ਦੇ ਵਿੱਚ ਹੀ ਨੇ। ਇਹਨਾਂ ਨੂੰ ਪਹਿਲਾਂ ਕੱਢਿਆ ਜਾਵੇ। ਨਾਲੇ ਫਿਰ ਖਾਰਕਿਵ ਦੇ ਵਿੱਚ ਬਾਕੀ ਬੱਚੇ ਨੇ, ਰਮਨੀਕ, ਭਾਨਵੀ, ਚਾਹਤ, ਅਹਿਤਾਨ, ਜਸਮੀਤ, ਅਨਮੋਲ, ਕਰਨ ਕਰੋਟੈਨੀਆ, ਇਤਿਕਾ, ਪ੍ਰਗੁਣ, ਸੰਦਲ ਲਾਥਰ, ਸਾਰਥਕ, ਗੁਰਲੀਨ ਕੌਰ, ਜਸਵੀਰ ਸਿੰਘ, ਸੁਖਪ੍ਰੀਤ ਕੌਰ, ਅੰਮ੍ਰਿਤ ਸੈਣੀ, ਹਰਮਨ ਸੈਣੀ, ਇਹ ਸਭ ਜਿਹੜੇ ਆ ਖਾਰਕੀ ਵਿੱਚ ਹਲੇ ਸਟਕ ਨੇ। ਬਾਕੀ ਹਾਂਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਤੇ ਕਿਹੜੀ ਪੜ੍ਹਾਈ ਉੱਤੇ ਕਰ ਰਹੇ ਨੇ ਇਧਰ ਕੈਮਰਾ ਦੇਖ ਕੇ? ਇਹ ਅਸੀਂ ਸਾਰੇ ਉੱਥੇ MBBS ਕਰਦੇ ਪਏ ਹੈਗੇ ਆ। ਈਅਰ ਦੇ ਸਟੂਡੈਂਟ ਨੇ ਉੱਥੇ? ਜਿਹੜੇ ਮੇਰੇ ਫਰੈਂਡਸ ਨੇ ਉਹ 3rd ਈਅਰ ਦੇ, ਕਿਉਂਕਿ ਮੈਂ 3rd ਈਅਰ ਦੀ ਆ। ਬਾਕੀ ਜਿਹੜੇ ਸਾਡੇ ਨੋਨ ਨੇ, ਜਿੱਦਾਂ 4th ਈਅਰ ਦੇ ਕੋਈ ਨੋਨ ਨੇ, ਕੋਈ 6th ਈਅਰ ਦੇ ਨੋਨ ਨੇ, ਉਹ ਸਭ ਉੱਥੇ ਸਟਕ ਨਹੀਂ ਹੈਗੇ। ਕੋਈ 2nd ਈਅਰ ਦੇ ਨੇ ਜਿਹੜੇ ਉੱਥੇ ਸਟਕ ਨੇ। ਕੀਵ ਤੇ ਖਾਰਕਿਵ ਦੋਵਾਂ ਚ ਡਿਸਟੈਂਸ ਕਿੰਨਾ ਵਾ? ਜਿੰਨਾ ਇਧਰੋਂ ਦਿੱਲੀ ਦਾ ਡਿਸਟੈਂਸ ਆ ਉਹਨਾਂ ਕੀ ਹੀ ਡਿਸਟੈਂਸ ਆ, ਕਿਉਂਕਿ ਉਹ ਕੈਪੀਟਲ ਆ। 8 ਘੰਟਿਆਂ ਦਾ ਡਿਸਟੈਂਸ ਕਹਿ ਲਓ ਬੱਸ ਤੇ। ਤੇ ਕੀਵ ਦੇ ਵਿੱਚ ਕਿੰਨਾ ਖਤਰਾ ਤੇ ਖਾਰਕਿਵ ਚ ਕਿੰਨਾ ਵਾ? ਦੋਨਾਂ 'ਚ ਬਰੋਬਰ ਖਤਰਾ ਹੀ ਆ। ਫੀਲ ਤੇ ਬਰੋਬਰ ਹੀ ਹੁੰਦਾ ਪਿਆ ਫਿਲਹਾਲ। ਕੀਵ 'ਚ ਜ਼ਿਆਦਾ, ਪਰ ਇਹ ਆ ਨਾ ਕਿ ਸਾਨੂੰ ਤੇ ਬਰੋਬਰ ਫੀਲ ਹੋ ਰਿਹਾ ਫਿਲਹਾਲ ਕਿ ਸਾਰੇ ਵਾਪਸ ਆ ਜਾਣ। ਜਿਹੜੀ ਗੱਲ ਹੈ ਕਿਉਂਕਿ ਕੀਵ ਦੇ ਵਿੱਚ ਜਿਹੜੇ ਸਟਕ ਨੇ ਉਹਨਾਂ ਕੋਲ ਘਰ ਨਹੀਂ ਹੈਗਾ। ਪੋਲੈਂਡ ਦੇ ਰਸਤੇ ਤੋਂ ਲਿਆਉਣ ਦੀ ਵਾਪਸ ਗੱਲ ਇਧਰੋਂ ਪੋਲੈਂਡ ਦਾ ਰਸਤਾ ਬਹੁਤ ਜ਼ਿਆਦਾ ਆ। ਇਧਰੋਂ ਪੋਲੈਂਡ ਜਿਹੜੇ ਜਦੋਂ ਲੈ ਕੇ ਜਾਣਾ, ਉਹ ਜਿਹੜੇ ਲੈ ਕੇ ਜਾਣ ਵਾਲੇ ਉਹ ਖੁਦ ਡਰਦੇ ਪਏ ਆ। ਤੇ ਉਧਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਕਾਰੋਬਾਰੀਆਂ ਦੀ ਵੀ ਚਿੰਤਾ ਵਧਾ ਦਿੱਤੀ ਹੈ। ਇਸੇ ਤਹਿਤ ਲੁਧਿਆਣਾ ਦੀ ਸਾਈਕਲ ਅਤੇ ਆਟੋ ਪਾਰਟਸ ਇੰਡਸਟਰੀ ਤੇ ਵੀ ਇਸ ਦਾ ਕਾਫੀ ਅਸਰ ਪਿਆ। ਉਦਯੋਗਪਤੀਆਂ ਦੇ ਮੁਤਾਬਿਕ ਇਹਨਾਂ ਤੇ ਇਸਤੇਮਾਲ ਹੋਣ ਵਾਲੀ ਧਾਤ ਮਹਿੰਗੀ ਹੋ ਚੁੱਕੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਉਦਯੋਗਪਤੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਕੁਝ ਇਸਤੇਮਾਲ ਹੋਣ ਵਾਲੀਆਂ ਧਾਤਾਂ ਰੂਸ ਅਤੇ ਯੂਕਰੇਨ ਤੋਂ ਆਉਂਦੀਆਂ ਸਨ, ਜਿਨ੍ਹਾਂ ਦੇ ਹੁਣ ਭਾਅ ਵੱਧ ਹੋ ਚੁੱਕੇ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ ਪਹਿਲਾਂ ਕੋਵਿਡ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਰੂਸ ਅਤੇ ਯੂਕਰੇਨ ਦੀ ਜੰਗ ਨੇ ਕਾਰੋਬਾਰ ਦਾ ਬੁਰਾ ਹਾਲ ਕਰ ਦਿੱਤਾ ਹੈ। ਦੇਖੋ, ਜਦੋਂ ਵੀ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਉਹ ਡੋਮੈਸਟਿਕ ਹੋਵੇ ਚਾਹੇ ਉਹ ਇੰਟਰਨੈਸ਼ਨਲ ਹੋਵੇ, ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਵਰਲਡ ਵਾਈਡ ਪੈਂਦਾ ਹੈ। ਉਹਦਾ ਨਤੀਜਾ ਤੁਸੀਂ ਦੇਖ ਲਿਆ ਹੋਣਾ ਵੀ ਜਦੋਂ ਤਾਂ ਇਹ ਕੌਨਫਲਿਕਟ ਦਾ ਚੱਲ ਰਿਹਾ ਸੀ 4-5-6 ਦਿਨ ਤੋਂ, ਜਿੱਦਾਂ ਸ਼ੇਅਰ ਬਾਜ਼ਾਰ ਵੀ ਡੇਲੀ ਜਿਹੜਾ ਹੈਗਾ ਡਾਊਨ ਹੋ ਰਿਹਾ ਸੀਗਾ, ਔਰ ਉਹਦਾ ਹੀ ਨਤੀਜਾ ਸੀ ਵੀ ਕਿਉਂਕਿ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ, ਉਹ ਕੰਟਰੀ ਲੱਖਾਂ ਡਾਲਰ ਦਾ ਮਾਲ ਇੰਪੋਰਟ ਕਰਦੀ ਹੈ ਔਰ ਲੱਖਾਂ ਡਾਲਰ ਦਾ ਮਾਲ ਐਕਸਪੋਰਟ ਹੁੰਦਾ ਹੈ। ਕਿਸੇ ਵੀ ਕੰਟਰੀ ਕੋਲ ਇੱਦਾਂ ਦੀ ਚੀਜ਼ ਹੈ ਨਹੀਂ ਵੀ ਉਹ ਜਿਹੜੀ ਸੈਲਫ ਸਫੀਸ਼ੀਐਂਟ ਹਰ ਚੀਜ਼ ਦੇ ਵਿੱਚ ਹੋਵੇ। ਔਰ ਸਾਡਾ ਜਿੱਦਾਂ ਆਪਣਾ ਇੰਡੀਆ ਦਾ ਅਤੇ ਰਸ਼ੀਆ ਦਾ ਜਾਂ ਯੂਕਰੇਨ ਦਾ ਆਪਾਂ ਕਰੀਏ ਗੱਲਾਂ, ਹੌਜ਼ਰੀ, ਮਿਨਰਲਸ, ਇਹ ਬਹੁਤ ਜ਼ਿਆਦਾ ਜਿਹੜਾ ਅਸੀਂ ਇੰਪੋਰਟ ਕਰਦੇ ਹਾਂ ਉਸ ਮਿਨਰਲਸ, ਔਰ ਹੌਜ਼ਰੀ ਵਗੈਰਾ ਜਾਂ ਜਿਹੜੀਆਂ ਬਾਕੀ ਸਾਡੀਆਂ ਹੈਂਡ ਟੂਲਸ ਆ, ਇਹ ਸਾਰੇ ਬਹੁਤ ਜ਼ਿਆਦਾ ਐਕਸਪੋਰਟ ਵੀ ਹੁੰਦੇ। ਔਰ ਲੱਖਾਂ ਡਾਲਰ ਦੇ ਵਿੱਚ, ਇਹ ਵੀ 1 ਲੱਖ ਦਾ 2 ਲੱਖ ਡਾਲਰ ਨਹੀਂ, ਹਜ਼ਾਰਾਂ ਜਾਣੀ ਕਿ 700 800 ਹਜ਼ਾਰ ਡਾਲਰ ਦਾ ਇਹ ਜਿਹੜਾ ਹੈਗੀ ਟਰੇਡਾਂ ਹੁੰਦੀਆਂ ਹਰ ਮਹੀਨੇ ਦੀਆਂ ਜਿਹੜੀਆਂ ਆਪਾਂ ਕਰਦੇ ਹਾਂ। ਹੁਣ ਇਹਦਾ ਸਭ ਤੋਂ ਪਹਿਲਾ ਇੰਪੈਕਟ ਜਿਹੜਾ ਕੱਲ੍ਹ ਜਦੋਂ ਜੇ ਯੁੱਧ ਛਿੜਿਆ ਉਹਦਾ ਇਹ ਆਇਆ ਵੀ ਮਾਰਕੀਟ ਦੇ ਵਿੱਚ ਜਿੰਨੇ ਜਿੱਦਾਂ ਨਿਕਲ ਵਗੈਰਾ ਜਿਹੜੇ ਸਾਡੇ ਐਨੋਡ ਵਗੈਰਾ ਜਿੰਨੀਆਂ ਚੀਜ਼ਾਂ, ਇਹ ਸਾਰਾ ਇੱਕਦਮ ਹੀ ਅੱਪ ਆ ਗਏ। ਚਾਹੇ ਉਹ ਵਾਲੇ ਲੋਕਾਂ ਦੇ ਕੋਲ ਸਟਾਕ 'ਚ ਪਏ ਸੀਗੇ, ਪਰ ਉਹਨਾਂ ਨੂੰ ਇਹ ਪਤਾ ਵੀ ਹੁਣ ਅੱਗੇ ਉਹ ਜਿਹੜੀ ਸਪਲਾਈ ਲਾਈਨ ਆ ਉਹ ਟੁੱਟ ਜਾਣੀ ਆ। ਜੇ ਟੁੱਟੇਗੀ ਤਾਂ ਨੈਚੁਰਲੀ ਮਾਰਕੀਟ 'ਚ ਸਕੇਰਸਿਟੀ ਆ ਜਾਏਗੀ, ਸ਼ਾਰਟੇਜ ਆ ਜਾਏਗੀ ਅਤੇ ਇਹ ਫੈਨੋਮੀਨਾ ਹੀ ਆ ਵੀ ਜਦੋਂ ਕਿਸੇ ਚੀਜ਼ ਦੀ ਸ਼ਾਰਟੇਜ ਆਉਣ ਦੀ ਸੰਭਾਵਨਾ ਹੁੰਦੀ ਆ ਅਤੇ ਰੇਟ ਇੱਕਦਮ ਉਛਾਲ ਖਾ ਜਾਂਦੇ ਆ। ਔਰ ਜਿਸ ਬੰਦੇ ਦੀ ਥੋੜ੍ਹੀ ਬਹੁਤੀ ਜਿੱਦਾਂ ਕਿਸੇ ਕੋਲ 500 ਕਿਲੋ ਦੇ ਮਹੀਨੇ ਦਾ ਲੱਗਦਾ, ਅਤੇ ਉਹਨੂੰ ਵੀ ਹੋ ਜਾਂਦਾ ਪਤਾ ਨਹੀਂ ਯਾਰ ਹੁਣ ਪਤਾ ਨਹੀਂ 15 ਦਿਨ ਜਾਂ 2 ਮਹੀਨੇ ਅੱਗੇ ਕੀ ਹੋਣਾ, ਆਪਾਂ ਪਹਿਲਾਂ 1 ਟਨ ਲੈ ਕੇ ਰੱਖ ਲਓ। ਲੋਕ ਜ਼ਿਆਦਾ ਬਾਏ ਕਰਨ ਲੱਗ ਜਾਂਦੇ, ਉਹਦੇ ਨਾਲ ਮਾਰਕੀਟ 'ਚ ਪੈਨਿਕ ਹੋ ਜਾਂਦਾ। ਹੁਣ ਇਸ ਕਰਕੇ ਅੱਜ ਦੇ ਦਿਨ ਜਿਹੜੀ ਮਾਰਕੀਟ ਹੈਗੀ ਆ, ਕੋਵਿਡ ਤੋਂ ਹਾਲੇ ਅਸੀਂ ਉੱਠੇ ਨਹੀਂ ਸੀਗੇ। ਕੋਵਿਡ ਨੇ ਸਾਨੂੰ ਇੰਨਾ ਕਿ ਇੰਡਸਟਰੀ ਨੂੰ ਮਾਰਿਆ ਪਿਆ। ਅੱਜ ਇੰਡਸਟਰੀ 50 ਤੋਂ ਲੈ ਕੇ 60% ਪ੍ਰੋਡਕਸ਼ਨ ਦੇ ਉੱਤੇ ਚੱਲਦੀ ਪਈ ਹੈ। ਮੈਂ ਗੱਲ ਕਰ ਰਿਹਾ ਖਾਸ ਸਾਈਕਲ ਇੰਡਸਟਰੀ ਜਾਂ ਤਾਂ ਜਿਹੜੇ ਮੇਨ ਸਾਈਕਲ ਪ੍ਰੋਡਿਊਸਰ ਹੈ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਊਨ ਨੇ, ਔਰ ਜਿਹੜੇ ਸਪੇਅਰ ਪਾਰਟਸ ਬਣਾਉਣ ਵਾਲੀਆਂ ਕੰਪਨੀਜ਼ ਨੇ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਊਨ ਨੇ। ਉੱਪਰੋਂ ਜਦੋਂ ਇਹ ਚੀਜ਼ ਆ ਗਈ ਵੀ ਬਾਲ ਮਹਿੰਗੇ ਹੋ ਗਏ, ਹੁਣ ਉਹਨੂੰ ਅੱਗੇ ਅਸੀਂ ਕਿੱਦਾਂ ਕਵਰ ਕਰਨਾ, ਉਹ ਬਿਲਕੁਲ ਹੀ ਹੋਰ ਔਖਾ ਹੋ ਜਾਣਾ ਸਾਨੂੰ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਮੁਕਾਬਲੇ ਕਿਸੇ ਵੀ ਪਾਰਟੀ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ। ਇਸ ਦੇ ਨਾਲ ਹੀ ਉਹਨਾਂ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਆਟਾ ਦਾਲ ਸਕੀਮ ਕਿੰਨੀ ਵੱਡੀ ਸੀ, ਇਹ ਵੀ ਅਸੀਂ ਕੀਤੀ। ਮਤਲਬ ਜੋ ਵੀ ਲੀਡ ਦਿੱਤੀ ਡਿਵੈਲਪਮੈਂਟ ਵਾਸਤੇ ਜਾਂ ਸੋਸ਼ਲ ਵੈਲਫੇਅਰ ਵਾਸਤੇ, ਉਹ ਅਕਾਲੀ ਦਲ। ਇਸ ਕਰਕੇ ਜੇ ਇਸ ਗੱਲ ਨੂੰ ਲੋਕਾਂ ਨੇ ਸੋਚਣਾ, ਹੋਰ ਤਾਂ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ। ਆ ਕੇਸਰੀਵਾਲ ਹੈ, ਇਹਨੇ ਤਾਂ ਦਾਅਵਾ ਕਰ ਛੱਡਿਆ ਕਿ ਪੰਜਾਬ ਦੇ ਜਿਹੜੇ ਸਾਡੇ ਸਾਰੇ ਥਰਮਲ ਪਲਾਂਟ ਬੰਦ ਕਰ ਦਿਓ ਵੀ ਸਾਨੂੰ ਧੂੰਆਂ ਆਉਂਦਾ ਹੈ। ਆ ਕਿਸਾਨ ਮਜਬੂਰਨ ਅੱਗ ਲਾਉਂਦੇ ਹੈ, ਇਹ ਉਹਨਾਂ ਨੂੰ ਫੜੋ, ਜੁਰਮਾਨੇ ਕਰੋ, ਸਖਤੀ ਕਰੋ। ਮਤਲਬ ਪੰਜਾਬ ਦੇ ਹੱਕ ਦੇ ਕੋਈ ਨਹੀਂ। ਜੜ ਜੇ ਪੰਜਾਬ 'ਚ ਤਾਂ ਸ਼੍ਰੋਮਣੀ ਅਕਾਲੀ ਦਲ। ਇਹ ਸੋਚ ਕੇ ਤਾਂ ਮੇਰਾ ਖਿਆਲ ਹੈ ਕਿਸੇ ਨੂੰ ਪੰਜਾਬੀ ਨੂੰ ਦੂਜੇ ਪਾਸੇ ਵੋਟ ਨਹੀਂ ਦੇਣੀ ਚਾਹੀਦੀ। ਔਰ ਮੈਂ ਖਿਆਲ ਹੈ ਮੇਰਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਬਾਦਲ ਸਾਹਿਬ, ਰੂਸ ਤੇ ਯੂਕਰੇਨ ਦਾ ਜਿਹੜਾ ਯੁੱਧ ਲੱਗਿਆ ਹੋਇਆ, ਪੰਜਾਬ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਉਧਰ ਫਸੇ ਹੋਏ ਨੇ। ਉਹ ਤਾਂ ਜੀ ਸਰਕਾਰ ਦੀ ਡਿਊਟੀ ਹੈ, ਸੈਂਟਰ ਸਰਕਾਰ ਦੀ, ਕਿ ਉਹਨਾਂ ਨੂੰ ਸੇਫ ਕੱਢ ਕੇ ਲਿਆਵੇ। ਵਿਕਰਮ ਮਜੀਠੀਆ ਜੀ ਨੂੰ ਜੇਲ੍ਹ ਹੋਈ ਹੈ ਜੀ। ਇਹ ਤਾਂ ਵੇਖੋ ਜੀ ਹਾਈ ਕੋਰਟ ਦਾ ਕੋਰਟਾਂ ਦਾ ਕੰਮ ਹੈ, ਮੈਂ ਇਹਦੇ 'ਚ ਕੀ ਦਖਲ ਦੇ ਸਕਦਾ। ਹਾਂਜੀ, ਬੀਜੇਪੀ ਨਾਲ ਅਲਾਈਅੰਸ ਹੋ ਸਕਦਾ ਹੈ ਬਾਦਲ ਸਾਹਿਬ? ਅਸੀਂ ਦੇਖੋ ਇਸੇ ਤੋਂ ਹੀ ਤੁਸੀਂ ਵੇਖ ਲਓ
ਕਿ ਬੀਜੇਪੀ ਨਾਲ ਸਾਡਾ ਬੜਾ ਤਲਕ ਸੀ, ਲੰਮਾ ਤਲਕ ਸੀ। ਔਖੇ ਵੇਲੇ ਵੀ ਉਹਨਾਂ ਦੀ ਮਦਦ ਕੀਤੀ, ਪਰ ਅਸੀਂ ਅਸੂਲ ਤੇ ਚੱਲਣ ਵਾਲੇ ਹਾਂ। ਜਦੋਂ ਇਹ ਜਿਹਾ ਕਾਨੂੰਨ ਬਣਾਇਆ ਜਿਹੜਾ ਪੰਜਾਬ ਦੇ ਤੇ ਸਾਰੇ ਦੇਸ਼ ਦੇ ਮਜ਼ਦੂਰ ਕਿਸਾਨ ਦੇ ਹਿੱਤ 'ਚ ਨਹੀਂ ਸੀ, ਤਾਂ ਬੀਬੀ ਹਰਸਿਮਰਤ ਕੌਰ ਨੇ ਵਜ਼ਾਰਤ ਤੋਂ ਅਸਤੀਫਾ ਦਿੱਤਾ। ਕਦੇ ਇਹ ਤੋਂ ਪਹਿਲਾਂ ਕਿਸੇ ਵਜ਼ੀਰ ਨੇ ਕਿਸੇ ਅਸੂਲ ਤੇ ਕੋਈ ਗੱਲ ਹੁੰਦੀ ਸੀ ਤੇ ਵਜ਼ਾਰਤ ਤੇ ਹੁਣ ਭਾਵੇਂ ਕੋਈ ਕੁਛ ਆਦਾ ਰਵੇ, ਜਦੋਂ ਇਹ ਕਾਨੂੰਨ ਬਣਨ ਦੀਆਂ ਵੋਟਾਂ ਪਈਆਂ ਤਾਂ 2 ਵੋਟਾਂ ਹੀ ਖਿਲਾਫ ਪਈਆਂ ਇਹਦੇ, ਇੱਕ ਬੀਬੀ ਹਰਸਿਮਰਤ ਦੀ ਤੇ ਇੱਕ ਸੁਖਬੀਰ ਦੀ। ਬਾਕੀ ਕੋਈ ਵਾਕਆਊਟ ਕਰ ਗਿਆ, ਕੋਈ ਕਿਵੇਂ ਕਰ ਗਿਆ, ਮਤਲਬ ਇਨਡਾਇਰੈਕਟਲੀ ਅਸੀਂ ਸਪੋਰਟ ਕੀਤੀ। ਅਸੀਂ ਤਾਂ ਦੇਖੋ ਅਸੂਲ ਤੇ ਚੱਲਣ ਵਾਲੇ ਆ, ਭਾਵੇਂ ਨਫਾ ਹੋਵੇ ਭਾਵੇਂ ਨੁਕਸਾਨ ਹੋਵੇ। ਅਸੀਂ ਕੋਈ ਇਹ ਨਹੀਂ ਵੀ ਕੋਈ ਲਾਲਚ ਖਾਤਰ ਅੱਜ ਕੱਲ੍ਹ ਦਲ ਬਦਲੀਆਂ ਹੋ ਰਹੀਆਂ, ਕੁਰਸੀ ਦੀ ਖਾਤਰ ਉਹ ਕਰ ਰਿਹਾ ਉਹ ਕਰ ਰਿਹਾ, ਮੈਂ ਤਾਂ ਹੈਰਾਨ ਹਾਂ।